ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਏ ਹਾਂ ਐਸਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ। ਇਹ ਵਨ ਆਫ ਦਾ ਪੋਲਿੰਗ ਬੂਥ ਆ ਜਿੱਥੇ ਕਿ ਕੱਲ੍ਹ ਨੂੰ ਵੋਟਾਂ ਪੈਣੀਆਂ ਆ। ਅਤੇ ਅੱਜ ਸਾਡਾ ਇੱਥੇ ਆਉਣ ਦਾ ਮਕਸਦ ਇਹ ਕਿ ਤੁਹਾਨੂੰ ਵੋਟਿੰਗ ਦਾ ਡੈਮੋ ਦਿੱਤਾ ਜਾਵੇ। ਤੁਸੀਂ ਜਦੋਂ ਸਕੂਲ ਦੇ ਅੰਦਰ ਐਂਟਰ ਕਰਦੇ ਹੀ ਹੋ ਅਤੇ ਇੱਥੇ ਦੇਖੋ ਸੋਸ਼ਲ ਡਿਸਟੈਂਸਿੰਗ ਵਾਸਤੇ ਥੱਲੇ ਮਾਰਕ ਵੀ ਬਣਾ ਦਿੱਤੇ ਗਏ ਹਨ ਵਾਈਟ ਪੇਂਟ ਦੇ ਨਾਲ। ਤਾਂ ਜਦੋਂ ਤੁਸੀਂ ਆਓਗੇ ਤੁਹਾਨੂੰ ਇਹਨਾਂ ਦੇ ਜਿਹੜੇ ਸਰਕਲਸ ਲੱਗੇ ਹੋਏ ਇੱਥੇ ਉਹਨਾਂ ਉੱਤੇ ਹੀ ਖੜ੍ਹਨਾ ਪੈਣਾ ਜੀ। ਅਤੇ ਸੋਸ਼ਲ ਡਿਸਟੈਂਸਿੰਗ ਦਾ ਬਹੁਤ ਵਧੀਆ ਧਿਆਨ ਰੱਖਿਆ ਗਿਆ ਆ। ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੋਟ ਜ਼ਰੂਰ ਕਰੋ। ਜਿਸ ਵੀ ਪਾਰਟੀ ਨੂੰ ਤੁਸੀਂ ਵੋਟ ਕਰਦੇ ਆ, ਜਿਹੜਾ ਵੀ ਤੁਹਾਡਾ ਫੇਵਰਟ ਉਹਨੂੰ ਵੋਟ ਜ਼ਰੂਰ ਕਰੋ ਜੀ। ਇਹੋ ਜਿਹਾ ਕੁਛ ਕਰੋ ਫਗਵਾੜਾ ਵਾਲਿਓ ਕਿ ਵੋਟਿੰਗ ਜਿਹੜੀ ਪਰਸੈਂਟੇਜ ਹੈ ਉਹ 100 ਤੱਕ ਅਚੀਵ ਹੋਵੇ ਜੀ। ਅਤੇ ਕੱਲ੍ਹ ਨੂੰ ਜਦੋਂ ਤੁਸੀਂ ਵੋਟਿੰਗ ਕਰਨ ਆਓਗੇ ਆਪਣੇ ਮਾਸਕ ਵਗੈਰਾ ਪਾ ਕੇ ਆਇਓ। ਅਤੇ ਜਿਹੜੀਆਂ ਵੀ ਹਦਾਇਤਾਂ ਦਿੱਤੀਆਂ ਹੋਈਆਂ ਚੋਣ ਕਮਿਸ਼ਨ ਵੱਲੋਂ ਉਹ ਸਾਰੀਆਂ ਤੁਸੀਂ ਫੋਲੋ ਕਰਨੀਆਂ, ਜਿੱਦਾਂ ਕਿ ਆਧਾਰ ਕਾਰਡ ਵਗੈਰਾ ਆਪਣਾ ਲੈ ਕੇ ਆਉਣਾ, ਜਾਂ ਵੋਟਿੰਗ ਕਾਰਡ ਜਿਹੜਾ ਹੈਗਾ, ਜਿਨ੍ਹਾਂ ਕੋਲ ਵੋਟਿੰਗ ਕਾਰਡ ਨਹੀਂ ਹੈਗਾ ਉਹ ਆਪਣਾ ਆਧਾਰ ਕਾਰਡ ਵੀ ਲੈ ਕੇ ਆ ਸਕਦੇ ਆ। ਅਤੇ ਕੋਈ ਇੱਕ ਆਈ ਡੀ ਪ੍ਰੂਫ ਹੋਣੀ ਚਾਹੀਦੀ ਤੁਹਾਡੇ ਨੂੰ, ਅਤੇ ਉਸ ਆਈ ਡੀ ਪ੍ਰੂਫ ਨੂੰ ਵੈਰੀਫਾਈ ਕਰਕੇ ਹੀ ਤੁਹਾਨੂੰ ਵੋਟਿੰਗ ਦੇ ਜਿਹੜੇ ਹੈ ਰਾਈਟਸ ਮਿਲਣਗੇ। ਅਤੇ ਵੋਟਿੰਗ ਜ਼ਰੂਰ ਕਰਿਓ ਜੀ। ਜਿਹੜਾ ਵੀ 18 ਸਾਲ ਤੋਂ ਉੱਪਰ ਆ, ਜਿਹਨਾਂ ਦਾ ਵੋਟਿੰਗ ਕਾਰਡ ਵਗੈਰਾ ਬਣਿਆ ਹੋਇਆ ਵੋਟ ਪਾਉਣ ਦਾ ਜਿਹਨੂੰ ਅਧਿਕਾਰ ਆ ਲੀਗਲੀ, ਉਹ ਜ਼ਰੂਰ ਆਪਣੇ ਵੋਟਿੰਗ ਰਾਈਟਸ ਦਾ ਇਸਤੇਮਾਲ ਕਰੇ। ਹੁਣ ਅਸੀਂ ਆਏ ਹਾਂ ਗੁਰੂ ਨਾਨਕ ਕਾਲਜ ਸੁਖਚੈਨ ਸਾਹਿਬ। ਅਤੇ ਹੁਣ ਐਸਡੀਐਮ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। ਉਹ ਵੀ ਅਪੀਲ ਕਰਨਗੇ ਫਗਵਾੜਾ ਦੀ ਜਨਤਾ ਨੂੰ ਤੋਂ ਵੱਧ ਤੋਂ ਵੱਧ ਸੰਖਿਆ ਵਿੱਚ ਆ ਕੇ ਆਪਣੇ ਚੋਣ ਅਧਿਕਾਰ ਦਾ ਜਿਹੜਾ ਹੈਗਾ ਆ ਉਹ ਯੂਜ਼ ਕਰਨ। ਅਤੇ ਉਹਨਾਂ ਨੂੰ ਪੁੱਛਾਂਗੇ ਕਿ ਚੋਣਾਂ ਬਾਰੇ ਕੀ ਤਿਆਰੀਆਂ ਕੀਤੀਆਂ ਗਈਆਂ ਫਗਵਾੜੇ ਦੇ ਵਿੱਚ, ਅਤੇ ਜਿਹੜੇ ਵੋਟਰਸ ਆ ਉਹਨਾਂ ਨੂੰ ਵੀ ਕੀ ਪ੍ਰੋਸੈਸ ਉਹਨਾਂ ਨੇ ਫੋਲੋ ਕਰਨਾ ਆ, ਅਤੇ ਤਾਂ ਕਿ ਉਹਨਾਂ ਦੀ ਜਿਹੜੀ ਵੋਟਿੰਗ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਅਤੇ ਉਹ ਹੁਣ ਆਪਾਂ ਐਸਡੀਐਮ ਸਾਹਿਬ ਨਾਲ ਗੱਲਬਾਤ ਕਰਾਂਗੇ ਜੀ। ਟੋਟਲ ਜਿਹੜਾ ਹੈ ਫਗਵਾੜਾ 29 ਕੰਸਟੀਚੁਐਂਸੀ ਦੇ ਵਿੱਚ ਸਾਡੇ ਕੋਲ 227 ਬੂਥਸ ਨੇ, ਔਰ ਇਹਨਾਂ 227 ਬੂਥਸ ਦੇ ਵਿੱਚ ਜਿਹੜੀ ਰੈਂਡਮਾਈਜੇਸ਼ਨ ਹੋਈ ਹੈਗੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਉਸ ਰੈਂਡਮਾਈਜੇਸ਼ਨ ਦੇ ਅਕੋਰਡਿੰਗ ਜਿਹੜਾ ਹੈ ਜੋ ਵੀ ਮੈਪਿੰਗ ਕੀਤੀ ਗਈ ਸੀ ਉਹ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਸਾਡੀਆਂ ਸਾਰੀਆਂ ਹੀ ਡਿਸਪੈਚ ਹੋ ਗਈਆਂ ਸੀਗੀਆਂ ਦੁਪਹਿਰ 3 ਵਜੇ ਤੱਕ। ਔਰ ਜਿਹੜੀ ਮੈਨੂੰ ਹੁਣ ਰਿਪੋਰਟਿੰਗ ਆ ਰਹੀ ਹੈ, ਮੇਰੀਆਂ 227 ਚੋਂ ਅਪਰੋਕਸੀਮੇਟਲੀ 207 ਦੇ ਕਰੀਬ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਜਿਹੜੇ ਨੇ ਪੋਲਿੰਗ ਸਟੇਸ਼ਨਸ ਤੇ ਪਹੁੰਚ ਗਈਆਂ ਨੇ, ਔਰ ਲਗਭਗ ਜਿਹੜੀਆਂ ਨੇ 18 ਤੋਂ 20 ਪੋਲਿੰਗ ਪਾਰਟੀਆਂ ਜਿਹੜੀਆਂ ਨੇ ਦੇ ਆਰ ਔਨ ਦਾ ਵੇ। ਔਰ ਹੋਰ ਅੱਗੇ 15-20 ਮਿੰਟ ਅੱਧੇ ਘੰਟੇ ਦੇ ਵਿੱਚ ਉਹ ਪੋਲਿੰਗ ਪਾਰਟੀਆਂ ਵੀ ਜਿਹੜੀਆਂ ਨੇ ਉਹ ਪੋਲਿੰਗ ਸਟੇਸ਼ਨਸ ਦੇ ਉੱਤੇ ਪਹੁੰਚ ਜਾਣਗੀਆਂ। ਵੋਟਰਾਂ ਨੂੰ ਕੀ ਅਪੀਲ ਕਰਦੇ ਹੋ? ਮੇਰੀ ਇਹੀ ਅਪੀਲ ਹੈ ਜੀ ਸਾਰੇ ਵੋਟਰਾਂ ਨੂੰ ਕਿ ਇਹ ਜਿਹੜਾ ਹੈ ਇੱਕ ਡੈਮੋਕ੍ਰੇਸੀ ਦਾ ਜਿਹੜਾ ਹੈ ਉਹ ਮੇਲਾ ਹੈਗਾ, ਔਰ ਮੇਰੀ ਸਾਰੇ ਵੋਟਰਾਂ ਨੂੰ ਅਪੀਲ ਹੈਗੀ ਆ ਕਿ ਤੁਮ ਹੁਮਾ ਕੇ ਆਪਣੇ ਜਿਹੜੇ ਵੋਟ ਦੇ ਅਧਿਕਾਰ ਦਾ ਜਿਹੜਾ ਹੈ ਇਸਤੇਮਾਲ ਕਰਨਾ ਹੈਗਾ। ਚਾਹੇ ਕੋਈ 80+ ਵੋਟਰ ਹੈਗਾ, ਚਾਹੇ ਕੋਈ ਡਿਸੇਬਲਡ ਵੋਟਰ ਹੈਗਾ, ਚਾਹੇ ਕੋਈ ਵੂਮਨ ਵੋਟਰ ਹੈਗਾ। ਔਰ ਪਾਰਟੀਕੂਲਰਲੀ ਮੇਰੀ ਰਿਕੁਐਸਟ ਹੋਏਗੀ ਜਿਹੜੇ ਯੰਗ ਵੋਟਰਸ ਨੇ, ਫਸਟ ਟਾਈਮ ਵੋਟਰਸ ਨੇ, ਵੀ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ। ਇਹ ਜਿਹੜਾ ਹੈ ਸਾਨੂੰ ਇੱਕ ਪ੍ਰਿਵਿਲੇਜ ਮਿਲਿਆ ਹੋਇਆ ਵੀ ਜਿਹੜਾ ਅਸੀਂ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਕੇ ਜਿਹੜਾ ਹੈ ਆਪਣੀ ਮਨਪਸੰਦ ਦੀ ਸਰਕਾਰ ਜਾਂ ਮਨਪਸੰਦ ਦਾ ਕੈਂਡੀਡੇਟ ਹੈ ਜੋ ਵੀ ਉਹ ਚੁਣਨਾ ਹੈਗਾ। ਔਰ ਮੇਰੀ ਇਹ ਅਪੀਲ ਹੈਗੀ ਹੈ ਫਗਵਾੜਾ ਦੇ ਵੋਟਰਾਂ ਨੂੰ ਵੀ ਬਿਨਾਂ ਕਿਸੇ ਵੀ ਕਾਸਟ, ਕਰੀਡ, ਰਿਲੀਜਨ ਔਰ ਕਿਸੇ ਵੀ ਹੋਰ ਜਿਹੜੀ ਹੈ ਕੋਈ ਮਨੀ ਫੈਕਟਰ ਨੂੰ ਕੰਸੀਡਰ ਕਰਦੇ ਹੋਏ ਆਪਣੀ ਕੰਸਾਇੰਸ ਦੇ ਨਾਲ ਜੋ ਵੀ ਉਹਨਾਂ ਦੇ ਮਨ ਨੂੰ, ਜੋ ਵੀ ਉਹਨਾਂ ਦੇ ਦਿਮਾਗ ਨੂੰ, ਜੋ ਵੀ ਕੈਂਡੀਡੇਟ ਪਾਉਂਦਾ ਹੈਗਾ, ਜੋ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਹੈਗਾ, ਉਹ ਆਪਣੀ ਜਿਹੜੀ ਹੈ ਉਸ ਕੰਸਾਇੰਸ ਦੇ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ। ਸਮਾਂ ਜੀ ਸਵੇਰੇ ਹੈ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ। ਸਰ ਜਿਹੜਾ ਵੋਟਰ ਹੈ ਉਹਦੇ ਕੋਲ ਕੀ ਡਾਕੂਮੈਂਟਸ ਹੋਣੇ ਚਾਹੀਦੇ ਆ ਸੋ ਦੈਟ ਕਿ ਉਹ ਆਪਣੇ ਉਹ ਇੱਕ ਲਿਸਟ ਹੈਗੀ ਆ ਜੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਡਾਇਰੈਕਸ਼ਨਸ ਹੋਈਆਂ ਨੇ, ਉਹਦੇ ਵਿੱਚ ਇੱਕ ਲਿਸਟ ਹੈਗੀ ਆ, ਡਿਟੇਲਡ ਲਿਸਟ ਹੈਗੀ ਆ, ਜਿਹਦੇ ਵਿੱਚ ਜਿਹੜਾ ਐਪਿਕ ਕਾਰਡ ਹੈ ਜਿਹਨੂੰ ਅਸੀਂ ਵੋਟਰ ਕਾਰਡ ਕਹਿ ਦਿੰਦੇ ਆ ਉਹ ਵੀ ਇਨਕਲੂਡਡ ਹੈਗਾ। ਇਨ ਐਡੀਸ਼ਨ ਟੂ ਡੈਟ ਸਾਡਾ ਜਿਹੜਾ ਆਧਾਰ ਕਾਰਡ ਹੈਗਾ, ਠੀਕ ਹੈ, ਸਾਡਾ ਕੋਈ ਜਿਹੜਾ ਹੈ ਡਰਾਈਵਿੰਗ ਲਾਇਸੈਂਸ ਹੈਗਾ, ਉਹ ਲਿਸਟ ਹੈਗੀ ਆ। ਉਹ ਲਿਸਟ ਦੇ ਵਿੱਚੋਂ ਜਿਹੜਾ ਹੈਗਾ ਕੋਈ ਵੀ ਡਾਕੂਮੈਂਟ ਹੈਗਾ ਤਾਂ ਡੈਟ ਇਜ਼ ਕੰਸੀਡਰੇਬਲ। ਸਰ ਕੀ ਤਿਆਰੀਆਂ ਕੀਤੀਆਂ ਗਈਆਂ ਕਿ ਸੋ ਦੈਟ ਕਿ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਉਹ ਮੇਨਟੇਨ ਰਹੇ ਜੀ? ਐਜ਼ ਫਾਰ ਐਜ਼ ਲਾਅ ਐਂਡ ਆਰਡਰ ਇਜ਼ ਕੰਸਰਨਡ, ਇਹਦੇ ਰਿਗਾਰਡਿੰਗ ਜਿਹੜੀ ਹੈ ਜੇ ਮੈਂ ਆਪਣੀਆਂ ਪਿਛਲੇ ਐਕਸਪੀਰੀਅੰਸਿਸ ਦੇ ਨਾਲ ਇਹਨੂੰ ਕੰਪੇਅਰ ਕਰਾਂ ਤਾਂ ਐਤਕੀ ਸਾਡੀ ਫੋਰਸ ਜਿਹੜੀ ਡਿਪਲੋਇਮੈਂਟ ਹੈ ਉਹ ਕੰਪੈਰੇਟਿਵਲੀ ਜ਼ਿਆਦਾ ਵੀ ਹੈ, ਔਰ ਮੱਚ ਬੈਟਰ ਵੇ ਦੇ ਵਿੱਚ ਜਿਹੜੀ ਹੈਗੀ ਆ ਉਹ ਅਸੀਂ ਡਿਪਲੋਏ ਕੀਤੀ ਹੈਗੀ ਆ ਐਜ਼ ਪਰ ਦਾ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ। ਟੋਟਲ ਫੋਰਸ ਦੀ ਜਿਹੜੀ ਡਿਟੇਲ ਆ ਉਹ ਤੁਹਾਨੂੰ ਡੀਐਸਪੀ ਸਾਹਿਬ ਡਿਟੇਲ 'ਚ ਦੱਸ ਸਕਣਗੇ, ਕਿਉਂਕਿ ਜਿਹੜੀ ਉਹ ਡਿਪਲੋਇਮੈਂਟ ਪਲਾਨ ਜਿਹੜਾ ਕਾਫੀ ਮਨਿਊਟਲੀ ਤਿਆਰ ਕੀਤਾ ਹੋਇਆ। ਹਰ ਜਿਹੜੇ ਨੇ ਪੋਲਿੰਗ ਸਟੇਸ਼ਨ ਦੀਆਂ ਡਿਫਰੈਂਟ ਜਿਹੜੀਆਂ ਨੇ ਲੋਕੇਸ਼ਨਸ ਦੇ ਵਿੱਚ ਪੋਲਿੰਗ ਸਟੇਸ਼ਨਸ ਹੁੰਦੇ ਨੇ। ਕੋਈ ਪੋਲਿੰਗ ਸਟੇਸ਼ਨਸ ਨੇ ਉਹ ਇੰਡੀਵਿਜੂਅਲ ਪੋਲਿੰਗ ਸਟੇਸ਼ਨਸ ਨੇ, ਕਈ ਪੋਲਿੰਗ ਸਟੇਸ਼ਨਸ ਨੇ ਉਹ ਇੱਕ ਲੋਕੇਸ਼ਨ ਦੇ ਵਿੱਚ 2 ਪੋਲਿੰਗ ਸਟੇਸ਼ਨਸ ਨੇ, ਔਰ
ਮੈਕਸਿਮਮ ਅਪ ਟੂ 5 ਵੀ ਹੈਗੇ ਨੇ ਸਾਡੇ ਜਿਹੜੇ ਆ ਇੱਕ ਪੋਲਿੰਗ ਲੋਕੇਸ਼ਨ ਤੇ 5 ਪੋਲਿੰਗ ਸਟੇਸ਼ਨਸ ਵੀ ਹੈਗੇ ਨੇ। ਉਹ ਜਿਹੜੀ ਅਸੀਂ ਮੈਪਿੰਗ ਕੀਤੀ ਆ ਫੋਰਸ ਡਿਪਲੋਇਮੈਂਟ ਦੀ, ਉਹ ਅਕੋਰਡਿੰਗਲੀ ਜਿਹੜੀ ਹੈਗੀ ਹੈ ਕੀਤੀ ਆ। ਉਹਦੇ ਵਿੱਚ ਅਸੀਂ ਕ੍ਰਿਟੀਕਲ ਕੰਸੀਡਰ ਕੀਤੇ ਨੇ, ਵਲਨਰੇਬਲ ਕੰਸੀਡਰ ਕੀਤੇ ਨੇ। ਸਾਡੇ ਮੋਡਲ ਪੋਲਿੰਗ ਸਟੇਸ਼ਨਸ ਨੇ, ਸਾਡੇ ਪਿੰਕ ਪੋਲਿੰਗ ਸਟੇਸ਼ਨਸ ਨੇ, ਉਹ ਡਿਫਰੈਂਟ ਰਿਕੁਆਇਰਮੈਂਟਸ ਨੇ। ਐਜ਼ ਪਰ ਰਿਕੁਆਇਰਮੈਂਟਸ ਜਿਹੜੀ ਹੈਗੀ ਆ ਉਹ ਅਸੀਂ ਉੱਥੇ ਕਰਦੇ। ਕੋਰੋਨਾ ਪ੍ਰੋਟੋਕਾਲ ਦਾ ਵੀ ਪਾਲਣਾ ਕਰਨਾ ਜ਼ਰੂਰੀ ਹੈ ਕਿ? ਹਾਂਜੀ ਬਿਲਕੁਲ ਜੀ, ਕਰੋਨਾ ਪ੍ਰੋਟੋਕਾਲ ਦੇ ਰਿਗਾਰਡਿੰਗ ਸਪੈਸ਼ਲ ਸਾਨੂੰ ਕਿਟਸ ਜਿਹੜੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਨੇ। ਉਹ ਕਿਟਸ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਮਾਸਕ ਅਵੇਲੇਬਲ ਨੇ, ਗਲਵਜ਼ ਅਵੇਲੇਬਲ ਨੇ, ਸੈਨੀਟਾਈਜ਼ਰਸ ਅਵੇਲੇਬਲ ਨੇ, ਰੈਦਰ ਥਰਮਲ ਸਕੈਨਰ ਵੀ ਸਾਡੇ ਕੋਲ ਅਵੇਲੇਬਲ ਹੋਏ ਨੇ। ਔਰ ਹਰ ਬੂਥ ਦੇ ਉੱਪਰ ਜਿਹੜਾ ਹੈ ਇੱਕ ਪਾਰਟੀਕੂਲਰਲੀ ਆਸ਼ਾ ਵਰਕਰ ਦੀ ਡਿਊਟੀ ਲਗਾਈ ਹੋਈ ਆ। ਉਹ ਜਿਹੜੇ ਆਸ਼ਾ ਵਰਕਰ ਨੇ ਦੇ ਵਿਲ ਬੀ ਇਨ ਟੱਚ ਵਿਦ ਦੇਅਰ ਮੈਡੀਕਲ ਆਫੀਸਰ। ਉਹ ਜਿਹੜਾ ਹੈ ਪ੍ਰੋਪਰ ਮੈਪਿੰਗ ਕਰਕੇ ਉਹਨਾਂ ਕੋਲ ਥਰਮਲ ਸਕੈਨਰਸ ਹੋਣਗੇ। ਉਹ ਥਰਮਲ ਸਕੈਨਰਸ ਦੇ ਨਾਲ ਜਿਹੜਾ ਹੈ ਆਪਣਾ ਜਿਹੜਾ ਹੈ ਕੋਈ ਵੀ ਜਿਹੜਾ ਵੋਟਰ ਆਉਂਦਾ ਹੈਗਾ, ਸਿਟੀਜ਼ਨ ਆਉਂਦਾ ਹੈਗਾ, ਉਹਦੀ ਥਰਮਲ ਸਕੈਨਿੰਗ ਕਰਕੇ ਹੀ ਉਹ ਬੂਥ ਦੇ ਅੰਦਰ ਜਾਏਗਾ। ਔਰ ਪ੍ਰੋਪਰ ਜਿਹੜਾ ਹੈਗਾ ਕੋਵਿਡ ਪ੍ਰੋਟੋਕੋਲ ਜਿਹੜਾ ਹੈ ਉਹ ਫੋਲੋ ਕੀਤਾ ਜਾਏਗਾ। ਸਰ ਪਲੀਜ਼ ਅਪੀਲ ਕਰ ਦਿਓ ਕਿ ਜਿਹੜਾ ਵੋਟਰ ਉਹ ਵੀ ਮਾਸਕ ਵਗੈਰਾ ਪਾ ਕੇ ਆਏ। ਜੀ ਮੇਰੀ ਇਹੀ ਅਪੀਲ ਹੈ ਜੀ, ਮੈਂ ਪਹਿਲਾਂ ਵੀ ਦੱਸਿਆ ਹੈਗਾ ਕਿ ਕੋਵਿਡ ਦੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰਨਾ ਹੈਗਾ। ਔਰ ਮੇਰੀ ਇਹੀ ਅਪੀਲ ਇੱਕ ਵਾਰੀ ਹੋਰ ਹੈ ਸਾਰੇ ਫਗਵਾੜਾ ਦੇ ਵੋਟਰਾਂ ਨੂੰ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ। ਤੇ ਇਹ ਸੀਗੇ ਸਾਡੇ ਐਸਡੀਐਮ ਸਰ, ਤੇ ਇਹਨਾਂ ਨੇ ਸਾਰੀ ਜਿਹੜੇ ਫਗਵਾੜਾ ਦੀ ਜਨਤਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਪ੍ਰੋਟੋਕਾਲ ਦਾ ਜਿਹੜਾ ਹੈਗਾ ਪਾਲਣਾ ਕਰਦੇ ਹੋਏ ਤੁਸੀਂ ਸਾਰਿਆਂ ਨੇ ਵੋਟ ਪਾਉਣ ਜ਼ਰੂਰ ਆਉਣਾ ਜੀ। ਤੇ ਥੈਂਕ ਯੂ ਸੋ ਮਚ ਜੀ। ਹਰਜਿੰਦਰ ਗੋਗਨਾ, ਮਾਸਟਰ ਟ੍ਰੇਨਰ, ਫਗਵਾੜਾ 029 ਵਿਧਾਨ ਸਭਾ ਹਲਕਾ। ਇਸ ਵਾਰ ਸਾਡੇ ਇਸ ਬਲਾਕ ਦੇ ਵਿੱਚ 5 ਪਿੰਕ ਸਟੇਸ਼ਨ ਮਹਿਲਾ ਸਸ਼ਕਤੀਕਰਨ ਦੇ ਲਈ ਇਸ ਵਾਰ ਇੱਕ ਸਪੈਸ਼ਲ ਪ੍ਰਯਾਸ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੀਤਾ ਹੈ ਕਿ ਇਸ ਬੂਥ ਦੇ ਉੱਪਰ ਸਾਰੀ ਜਿਹੜੀ ਐਕਸਰਸਾਈਜ਼ ਆ ਉਹ ਸਾਰੀ ਮਹਿਲਾਵਾਂ ਦੁਆਰਾ ਕੀਤੀ ਜਾਣੀ ਹੈ। ਬਹੁਤ ਵੱਡੀ ਗੱਲ ਹੈ। ਔਰ ਦੂਸਰਾ, ਸਾਡੇ ਇਸ ਏਰੀਏ ਦੇ ਵਿੱਚ 6 ਮਾਡਲ ਬੂਥ ਜਿਹੜੇ ਆ ਉਹ ਵੀ ਬਣਾਏ ਗਏ ਆ, ਜਿਨ੍ਹਾਂ ਦੇ ਉੱਪਰ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਆ। ਔਰ ਜਿਹੜਾ ਸਾਡਾ ਪਹਿਲੀ ਵਾਰ ਵੋਟਰ ਆਉਂਦਾ ਐਕੀ ਤਾਂ ਅਸੀਂ ਪ੍ਰਬੰਧ ਕੀਤਾ ਕਿ ਸਪੈਸ਼ਲ ਉਸ ਬੂਥ ਦੇ ਉੱਪਰ ਕੋਈ ਫੁੱਲ ਵਗੈਰਾ ਦੇ ਕੇ ਉਹਦਾ ਵੈਲਕਮ ਕੀਤਾ ਜਾਵੇ। ਕਿਤੇ ਢੋਲੀ ਵੀ ਹੋਣਗੇ। ਔਰ ਇਹ ਮੇਲਾ ਜਿਸ ਤਰ੍ਹਾਂ ਪਹਿਲਾਂ ਆਰਓ ਸਾਹਿਬ ਨੇ ਦੱਸਿਆ ਕਿ ਇਹ ਮੇਲੇ ਦਾ ਹੈ, ਸੱਚਮੁੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਪ੍ਰਣਾਲੀ ਵਾਲੇ ਦੇਸ਼ ਭਾਰਤ ਦੇ ਵਿੱਚ ਇੱਕ ਤਿਉਹਾਰ ਤੋਂ ਘੱਟ ਨਹੀਂ ਹੈ। ਔਰ ਇਸ ਤਿਉਹਾਰ ਤਦੀ ਜਿਹੜਾ ਜੱਜ ਸਕਦਾ ਜੇ ਹਰ ਕੋਈ ਇਸ ਦੇ ਵਿੱਚ ਇਨਵੋਲਵਮੈਂਟ ਕਰੇ। ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਸ਼ਹਿਰ ਵਾਸੀਆਂ ਨੇ ਇਹੀ ਹੈ ਵੀ ਜਿਸ ਤਰ੍ਹਾਂ ਆਰਓ ਸਾਹਿਬ ਨੇ ਦੱਸਿਆ ਕਿ ਸਾਨੂੰ ਹਰ ਕਿਸੇ ਨੂੰ ਹਰ ਚੀਜ਼ ਤੋਂ, ਜਿਸ ਚੀਜ਼ ਦੀ ਡਿਸਕ੍ਰਿਮੀਨੇਸ਼ਨ ਹੈ, ਇਸ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਅਧਿਕਾਰ ਮਿਲਿਆ ਸੰਵਿਧਾਨ ਦੇ ਦਾਇਰੇ ਹੇਠ, ਉਸ ਦਾ ਸਾਨੂੰ ਪਾਲਣ ਕਰਨਾ ਚਾਹੀਦਾ। ਔਰ ਇਹਦੇ ਨਾਲ ਉਹ ਸਰਕਾਰ ਜਿਹੜੀ ਬਣਨੀ ਆ, ਜਿਹੜੇ ਅਸੀਂ ਆਪਣੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਆਪਣੇ ਭੇਜਣੇ ਆ। ਸੋ ਵਿਧਾਨ ਪਾਲਿਕਾ ਦੇ ਵਿੱਚ ਜਿਸ ਵੇਲੇ ਸਾਡੇ ਨੁਮਾਇੰਦੇ ਵਧੀਆ ਹੋਣਗੇ ਤਾਂ ਕੁਦਰਤੀ ਤੌਰ ਦੇ ਉੱਪਰ ਅਸੀਂ ਇੱਕ ਵਧੀਆ ਆਸ ਕਰ ਸਕਦੇ ਹਾਂ ਆਪਣੇ ਵਧੀਆ ਭਵਿੱਖ ਦੀ। 227 ਬੂਥ ਆ ਜੀ ਸਾਡੇ ਟੋਟਲ। ਔਰ 227 ਦੀਆਂ 27 ਟੀਮਾਂ ਜਿਹੜੀਆਂ ਵਾ ਸਭ ਨੂੰ ਸਭ ਕੁਝ ਦੇ ਕੇ, ਮਸ਼ੀਨਾਂ ਵੀ ਨਾਲ, ਜਿਹੜੇ ਬੈਗਸ ਦੇ ਕੇ ਉਹਨਾਂ ਨੂੰ ਜਿਹੜਾ ਤੋਰਿਆ ਗਿਆ। ਵਧੀਆ ਸਾਰੇ ਪ੍ਰਬੰਧ ਸੀਗੇ, ਖਾਣੇ ਦਾ ਪ੍ਰਬੰਧ ਵੀ ਜਿਹੜਾ ਕੀਤਾ ਗਿਆ ਹੈ। ਔਰ ਸਾਡੇ ਟੋਟਲ 47 ਬੂਥ ਇੱਦਾਂ ਦੇ ਆ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਜਿਹੜੇ ਬਣੇ ਹੋਏ ਆ। ਉਹਨਾਂ ਦੇ ਲਈ ਖਾਣਾ ਦੀ ਡਿਪੈਂਡੈਂਸੀ ਜਿਹੜੀ ਹੈ ਉਹ ਕਿਸੇ ਦੇ ਉੱਪਰ ਨਾ ਰਵੇ। ਪ੍ਰਸ਼ਾਸਨ ਵੱਲੋਂ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਵੀ ਇਹਨਾਂ ਤੱਕ ਖਾਣਾ ਜਿਹੜਾ ਵਾ ਉਹ ਅਸੀਂ ਪਹੁੰਚਾਵਾਂਗੇ। ਕਰੋਨਾ ਦੇ ਲਈ ਸਪੈਸ਼ਲ ਕਿੱਟ ਜਿਹੜੀ ਆ ਉਹ ਹਰ ਇੱਕ ਬੂਥ ਦੇ ਉੱਪਰ, ਜਿਹੜੇ ਇੱਥੋਂ ਤੱਕ ਕਿ ਡਸਟਬਿਨ ਜਿਹੜੇ ਸਾਰੇ ਭੇਜੇ ਗਏ ਆ, ਮਾਸਕ ਭੇਜੇ ਗਏ ਆ, ਔਰ ਸਪੈਸ਼ਲ ਗਲਵਸ ਜਿਹੜੇ ਆ ਉਹ ਵੀ ਭੇਜੇ ਗਏ ਆ ਜਿਨ੍ਹਾਂ ਦਾ ਉਪਯੋਗ ਕਰਕੇ ਉਹ ਕਰ ਸਕਦੇ ਆ। ਔਰ ਇਹਦਾ ਗਾਰਬੇਜ ਸੰਭਾਲਣ ਦੇ ਲਈ ਵੀ, ਜਿਹੜਾ ਵੇਸਟ ਜਿਹੜਾ ਹੋਣਾ ਉਹਦਾ ਸੰਭਾਲਣ ਦੇ ਲਈ ਵੀ ਵਿਸ਼ੇਸ਼ ਜਿਹੜੇ ਪ੍ਰਬੰਧ ਕੀਤੇ ਗਏ ਆ। ਸਰ ਕੀ ਡਾਕੂਮੈਂਟਸ ਚਾਹੀਦੇ ਕਿ ਵੋਟਰ ਨੂੰ ਨਾਲ ਲੈ ਕੇ ਆਉਣ ਦੇ ਲਈ ਸੋ ਦੈਟ ਕਿ ਹੀ ਕੈਨ ਕਾਸਟ ਹਿਸ ਵੋਟ? ਦੇਖੋ, ਸਭ ਤੋਂ ਪਹਿਲੇ ਨੰਬਰ ਦੇ ਉੱਪਰ ਤਾਂ ਸਾਨੂੰ ਚਾਹੀਦਾ ਕਿ ਆਪਣਾ ਐਪਿਕ ਜਾਂ ਵੋਟਰ ਕਾਰਡ ਲੈ ਕੇ ਹੀ ਆਪਣੇ ਜਿਹੜਾ ਉੱਥੇ ਜਾਈਏ। ਲੇਕਿਨ ਕਿਸੇ ਹਾਲਾਤ ਦੇ ਵਿੱਚ ਜੇ ਕਿਤੇ ਉਰੇ ਪਰੇ ਜਾਂ ਘਰ ਦੇ ਵਿੱਚੋਂ ਜੇ ਨਾ ਲੱਭੇ ਲੇਕਿਨ ਵੋਟ ਪਾਉਣੀ ਜ਼ਰੂਰੀ ਆ, ਤਾਂ ਫਿਰ ਹੋਰ ਜਿਹੜੇ ਕੁਝ ਡਾਕੂਮੈਂਟ ਹੈਗੇ ਆ ਜਿਹੜਾ ਲਿਜਾ ਕੇ ਤੁਸੀਂ ਆਪਣੀ ਪਹਿਚਾਣ ਜਿਹੜੀ ਉੱਥੇ ਦੱਸ ਕੇ ਵੋਟ ਜਿਹੜੀ ਪਾ ਸਕਦੇ ਹੋ। ਇਹਦਾ ਸਮਾਂ ਕੀ ਹੈ? ਸਮੇਂ 8 ਤੋਂ 6 ਸਵੇਰੇ। ਲੇਕਿਨ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਵੋਟਰ ਦੇ ਲਈ ਇਹ ਸਮਾਂ ਜਿਹੜਾ 8 ਤੋਂ 6 ਆ। ਜਿਹੜੇ ਪੋਲਿੰਗ ਏਜੰਟਸ ਆ ਉਹਨਾਂ ਦੇ ਲਈ ਮੌਕ ਪੋਲ ਜਿਹੜੀ ਆ 7 ਤੋਂ ਲੈ ਕੇ 8 ਦਾ ਅਸੀਂ ਸਮਾਂ ਰੱਖਿਆ ਜਿਹੜਾ। ਹਾਂ, ਡੈਮੋ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਦਿਖਾਇਆ ਜਾਂਦਾ ਪੋਲਿੰਗ ਏਜੰਟ ਨੂੰ
ਬੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜੀ ਪਾਰਦਰਸ਼ਤਾ ਜਿਹੜੀ ਰੱਖੀ ਹੋਈ ਹੈ। ਹਰ ਬੂਥ ਦੇ ਉੱਪਰ ਜਿੱਥੇ ਮਾਈਕਰੋ ਆਬਜ਼ਰਵਰ ਬੈਠੇ ਆ, ਜਿੱਥੇ ਕੈਮਰੇ ਲੱਗੇ ਹੋਏ ਆ, ਸੁਪਰਵਾਈਜ਼ਰ ਸਾਹਿਬਾਨ ਨੇ ਬਹੁਤ ਲੰਬੀ ਚੌੜੀ ਤਿਆਰੀ ਜਿਹੜੀ ਕਰਨੀ ਪੈਂਦੀ ਹੈ ਪ੍ਰਸ਼ਾਸਨ ਨੂੰ। ਚੋਣ ਪ੍ਰਕਿਰਿਆ ਜਿਹੜੀ ਆ, ਜ਼ੋਨਲ ਮੈਜਿਸਟ੍ਰੇਟ ਨੇ ਫਗਵਾੜੇ ਨੂੰ 22 ਹਿੱਸਿਆਂ ਵਿੱਚ ਵੰਡਿਆ ਹੋਇਆ। ਹਰ ਇੱਕ ਹਿੱਸੇ ਨੂੰ ਇੱਕ ਸੈਕਟਰ ਕਹਿੰਦੇ ਆ। ਇਸ ਦਾ ਮਤਲਬ 22 ਸਾਡੇ ਕੋਲ ਸੈਕਟਰ ਮੈਜਿਸਟ੍ਰੇਟ ਨੇ, ਜਿਨ੍ਹਾਂ ਦੇ ਅੱਗੇ ਥੱਲੇ 227 ਨੂੰ ਵੰਡਿਆ। ਹਰੇਕ ਦੇ ਹਿੱਸੇ ਲਗਭਗ 12 ਜਾਂ 11 ਜਿਹੜੇ ਬੂਥ ਆਉਂਦੇ ਆ। ਇਹਨਾਂ ਦਾ ਫੋਰਸ ਵਗੈਰਾ ਕਿੰਨੀ ਹੈ? ਹਾਂਜੀ, ਟੋਟਲ ਫੋਰਸ ਹਰੇਕ ਬੂਥ ਦੇ ਉੱਪਰ 3 ਜਿਹੜੇ ਆ ਸਾਡੇ ਹਮੇਸ਼ਾ ਹੀ ਹੁੰਦੇ ਆ ਜਿਹੜੇ ਸਟਾਫ ਨੇ ਰਹਿਣਾ। ਲੇਕਿਨ ਫਿਰ ਵੀ ਉਸ ਬੂਥ ਦੀ ਜਿਹੜੀ ਆ ਵਲਨਰੇਬਿਲਟੀ ਦੇ ਉੱਪਰ ਡਿਪੈਂਡ ਕਰਦਾ, ਉਹਦੇ ਸਟੇਟਸ ਦੇ ਉੱਪਰ ਡਿਪੈਂਡ ਕਰਦਾ ਵੀ ਉੱਥੇ ਦੇ ਹਾਲਾਤ ਕਿੱਦਾਂ ਦੇ ਆ। ਵੈਸੇ ਫਗਵਾੜੇ ਦੇ ਹਾਲਾਤ ਸਾਰੇ ਠੀਕ ਹੀ ਆ, ਔਰ ਫਿਰ ਵੀ ਜਿੱਥੇ ਮਾੜਾ ਮੋਟਾ ਪ੍ਰਸ਼ਾਸਨ ਲੱਗਦਾ ਉੱਥੇ ਅਸੀਂ ਪ੍ਰਬੰਧ ਜਿਹੜੇ ਆ ਕਰ ਦਿੱਤੇ ਗਏ ਆ। ਸਰ ਪਿੰਡਾਂ ਵਿੱਚ ਕਿਹੋ ਜਿਹਾ ਮਾਹੌਲ ਆ VOTING ਦੇ ਲਈ? ਲੋਕ ਉਤਸ਼ਾਹਿਤ ਨੇ? ਦੇਖੋ, ਸਾਡੇ ਕੋਲ ਸਾਰੀ ਜਿਹੜੀ ਰਿਪੋਰਟ ਆ ਸਾਡੇ ਮਾਨਯੋਗ ਸੈਕਟਰ ਮੈਜਿਸਟ੍ਰੇਟ ਜਿਹੜੇ ਆ ਉਹਨਾਂ ਦੇ ਰਾਹੀਂ ਜਾਂ BLO ਦੇ ਰਾਹੀਂ ਜਿਹੜੀ ਸਾਡੇ ਕੋਲ ਜਿਹੜੀ ਰਿਪੋਰਟ ਪਹੁੰਚਦੀ ਆ, ਉਹਦੇ ਮੁਤਾਬਕ ਬਿਲਕੁਲ ਪੋਜ਼ਿਟਿਵ ਆ। ਲੋਕ ਆਪਣਾ ਇਹ ਹੱਕ ਜਿਹੜਾ ਹੈ ਭੁਗਤਾਉਣ ਦੇ ਲੋਕ ਵੀ ਤਿਆਰ ਆ, ਨੁਮਾਇੰਦੇ ਵੀ ਤਿਆਰ ਆ। ਨੁਮਾਇੰਦੇ ਵੀ ਸਾਡੇ ਜਿਹੜੇ ਆ ਬਹੁਤ ਅੱਛੇ ਆ ਜਿਹੜੇ। ਤੇ ਕੀ ਉਮੀਦ ਕਰਦੇ ਹੋ ਤੁਸੀਂ ਕਿ ਕਿੰਨੇ ਪਰਸੈਂਟੇਜ ਐਤਕੀ VOTING ਹੋਏਗੀ ਜੀ? ਦੇਖੋ ਜੀ, ਹਰ ਸਾਲ ਫਗਵਾੜਾ ਅੱਗੇ ਅਸੀਂ 70% ਤੋਂ ਪਹੁੰਚਦੇ ਹਾਂ। ਲੇਕਿਨ ਜਿਸ ਤਰ੍ਹਾਂ BLO ਸਾਹਿਬਾਨ ਦੀ ਮੀਟਿੰਗ ਜਿਹੜੀ ਆ ਉਹਨਾਂ ਨਾਲ ਹੋਈ ਆ, ਉਹਨਾਂ ਨੇ ਇੱਕ ਮਿਹਨਤ ਕੀਤੀ ਹੈ। ਵੋਟਰ ਲਿਸਟਾਂ ਜਿਹੜੀਆਂ ਅਪਡੇਟਡ ਨੇ, ਕਹਿ ਸਕਦੇ ਹਾਂ ਕਿ ਇਸ ਵਾਰ ਇਹ ਅੰਕੜਾ ਜਿਹੜਾ ਵਾ ਉਸ ਤੋਂ ਕਿਤੇ ਅੱਗੇ ਜਾਊਗਾ। ਤਾਂ ਇਹ ਸੀਗੇ ਸਾਡੇ ਗੋਗਨਾ ਸਰ, ਜਿਨ੍ਹਾਂ ਨਾਲ ਆਪਾਂ ਹੁਣੀ ਗੱਲਬਾਤ ਕੀਤੀ। ਉਸ ਤੋਂ ਪਹਿਲਾਂ ਆਪਾਂ SDM ਸਰ ਨਾਲ ਗੱਲਬਾਤ ਕੀਤੀ ਸੀਗੀ, ਤੇ ਉਹਨਾਂ ਨੇ ਦੱਸਿਆ ਕਿ ਫਗਵਾੜਾ ਸ਼ਹਿਰ ਵਿੱਚ ਚੋਣਾਂ ਦੇ ਲਈ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਤੇ ਕੀ ਉਪਰਾਲੇ ਕੀਤੇ ਗਏ ਆ, ਸੋ ਦੈਟ ਕਿ ਜਿਹੜੇ ਚੋਣਾਂ ਆ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਵੇ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਐਤਕੀ ਉਮੀਦ ਹੈ ਕਿ 80% ਤੱਕ VOTING ਹੋਣ ਦੇ ਚਾਂਸਿਸ ਹੈ, ਜੋ ਕਿ ਬਹੁਤ ਅੱਛੀ ਸੰਖਿਆ ਹੈ। ਤੇ ਇਸ ਕਰਕੇ ਅਸੀਂ ਵੀ ਸਾਰੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਤੁਸੀਂ ਆਪ ਵੀ ਆਓ ਤੇ ਆਪਣੇ ਆਂਢੀ ਗੁਆਂਢੀਆਂ ਨੂੰ ਵੀ ਲੈ ਕੇ ਆਓ, ਤੇ ਆਪਣੇ ਜਿਹੜੇ ਚੋਣ ਦਾ ਤੁਹਾਡਾ ਕਾਨੂੰਨੀ ਅਧਿਕਾਰ ਆ, ਜੋ ਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਦਿੱਤਾ, ਤੇ ਉਸ ਆਪਣੇ ਚੋਣ ਦਾ ਅਧਿਕਾਰ ਦਾ ਪੂਰਾ ਤੁਸੀਂ ਇਸਤੇਮਾਲ ਕਰੋ ਤੇ ਆਪਣੇ ਮਨਪਸੰਦ ਦਾ ਕੈਂਡੀਡੇਟ, ਜੋ ਵੀ ਤੁਹਾਡਾ ਮਨਪਸੰਦ ਦਾ ਕੈਂਡੀਡੇਟ ਹੈ, ਉਹਨੂੰ ਵੋਟ ਪਾ ਕੇ ਜਿਤਾਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਨਮਸਕਾਰ, ਮੈਂ ਪ੍ਰਿੰਸੀਪਲ ST ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਸਾਰੇ ਨਿਵਾਸੀਆਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਉਹ ਆਪਣੇ ਕੱਲ੍ਹ ਦਾ ਜਿਹੜਾ ਦਿਨ ਹੈਗਾ ਵੋਟਾਂ ਦਾ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਆਪਣੇ ਆਸ ਪੜੋਸ ਜਿੰਨੇ ਵੀ ਹੈਗੇ ਨੇ ਜਿਹੜੇ ਵੋਟ ਪਾਉਣ ਤੋਂ ਕਤਰਾਉਂਦੇ ਨੇ, ਉਹਨਾਂ ਨੂੰ ਪ੍ਰੇਰਿਤ ਕਰਨ, ਉਤਸ਼ਾਹਿਤ ਕਰਨ ਕਿ ਸਾਰੇ ਆ ਕੇ ਵੋਟਾਂ ਜ਼ਰੂਰ ਪਾਉਣ, ਕਿਉਂਕਿ ਤੁਹਾਡੀ ਵੋਟ ਦੀ ਬਹੁਤ ਅਹਿਮੀਅਤ ਹੈ। ਇਹ ਬਹੁਤ ਕੀਮਤੀ ਵੋਟ ਹੈ। ਇੱਕ ਵੋਟ ਜਿਹੜੀ ਹੈ ਉਹਦਾ ਬਹੁਤ ਮੁੱਲ ਹੈ, ਕਿਉਂਕਿ ਇੱਕ ਅੱਛਾ ਕੈਂਡੀਡੇਟ ਤੁਸੀਂ ਤਾਂ ਹੀ ਸਿਲੈਕਟ ਕਰ ਸਕਦੇ ਹੈਗੇ ਆ ਜੇ ਤੁਹਾਨੂੰ ਉਸ ਚੀਜ਼ ਦੀ ਨੌਲੇਜ ਹੋਏਗੀ। ਸੋ ਸਾਰਿਆਂ ਨੂੰ ਇਹ ਮੇਰੀ ਰਿਕੁਐਸਟ ਹੈ ਕਿ ਸਾਰੇ ਹੀ ਜਣੇ, ਜਿੰਨੇ ਵੀ ਘਰ ਦੇ ਮੈਂਬਰ ਨੇ, ਸਾਰੇ ਆ ਕੇ ਵੋਟਾਂ ਪਾਉਣ। ਕਿਸੇ ਦੀ ਵੀ ਵੋਟ ਵਿਅਰਥ ਨਹੀਂ ਜਾਣੀ ਚਾਹੀਦੀ। ਥੈਂਕ ਯੂ ਵੈਰੀ ਮਚ। ਮੈਂ ਵਿਨੇ ਸ਼ਰਮਾ ਪੂਰੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਜਿਹਦੀ ਵੋਟ ਬਣੀ ਹੈ, ਵੱਧ ਤੋਂ ਵੱਧ ਬੰਦੇ ਵੋਟ ਕਰਨ। ਇਹ ਲੋਕਤੰਤਰੀ ਹੱਕ ਆਪਾਂ ਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲਿਆ। ਇਸ ਕਰਕੇ ਜਿਹੜਾ ਆਪਾਂ ਨੂੰ ਇਹ ਹੱਕ ਮਿਲਿਆ ਵੋਟ ਪਾਉਣ ਦਾ, ਇਹਨੂੰ ਜਾਇਆ ਨਾ ਜਾਣ ਦੇਣ। ਵੱਧ ਤੋਂ ਵੱਧ VOTING ਕਰਨ ਤਾਂ ਜੋ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਹੈ ਉਹ ਵਧੀਆ ਤਰੀਕੇ ਨਾਲ ਲਿਖਿਆ ਜਾਵੇ ਤੇ ਹਰ ਬੰਦੇ ਦੀ ਸ਼ਮੂਲੀਅਤ ਹੋਵੇ। ਮੈਂ ਸਤਨਾਮ ਸਿੰਘ ਗਿੱਲ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਹਾਂ, ਕੱਲ੍ਹ ਨੂੰ 20 ਤਰੀਕ ਨੂੰ ਵੋਟਾਂ ਵਾਲੇ ਦਿਨ ਆਪਣੇ ਵੋਟ ਦਾ ਇਸਤੇਮਾਲ ਕਰੋ ਔਰ ਸਭ ਤੋਂ ਵੱਧ ਆਪਣਾ ਮਤਦਾਨ ਕਰੋ ਔਰ ਲੋਕਾਂ ਦਾ ਕਰਾਓ। ਇਹੀ ਅਪੀਲ। ਧੰਨਵਾਦ। ਮੈਂ ਮਨੋਹਰ ਜੱਖੂ ਵਿਧਾਨ ਸਭਾ ਹਲਕਾ ਫਗਵਾੜਾ ਦੇ ਸੂਬੂ ਵੋਟਰਾਂ ਨੂੰ ਅਪੀਲ ਕਰਦਾ ਕਿ ਕੱਲ੍ਹ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਉਹ ਲਈ VOTING ਹੋਏਗੀ। ਤੇ ਤੁਹਾਨੂੰ ਪਤਾ ਹੈ ਕਿ 5 ਸਾਲ ਬਾਅਦ ਜਿਹੜੀ VOTING ਹੁੰਦੀ ਆ, ਉਹਦੇ ਲਈ ਆਪਾਂ ਸਰਕਾਰ ਨੂੰ ਚੁਣਦੇ ਆ, ਜਿਹਨੇ ਸਾਡੇ ਆਪਣੇ ਨੁਮਾਇੰਦਿਆਂ ਨੂੰ ਚੁਣਦੇ ਆ, ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸੂਬੇ ਦੀ ਡਿਵੈਲਪਮੈਂਟ ਕਰਨੀ ਹੁੰਦੀ ਆ ਤੇ ਸਾਡੇ ਦੁੱਖ ਸੁੱਖ ਦੇ ਸਾਥੀ ਬਣਨਾ ਹੁੰਦਾ। ਤੋਂ ਮੈਂ ਸਾਰੇ ਹੀ ਫਗਵਾੜੇ ਦੇ ਵੋਟਰ ਭੈਣਾਂ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈਗਾ ਉਹ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਨੁਮਾਇੰਦੇ ਚੁਣਨ ਲਈ ਕਰਨ, ਤਾਂ ਕਿ ਜਿਹੜਾ ਪੰਜਾਬ ਆ ਖੁਸ਼ਹਾਲੀ ਵੱਧ ਜਿਹੜਾ ਉਹ ਵੱਧ ਸਕੇ। ਸਾਰੇ ਸਾਥੀਆਂ ਨੂੰ, ਸਾਰੇ ਹੀ ਵੋਟਰਾਂ ਨੂੰ, ਸਤਿਕਾਰਯੋਗ ਵੋਟਰਾਂ ਨੂੰ ਮੇਰੀ ਪੁਰਜੋਰ ਅਪੀਲ ਬੇਨਤੀ ਹੈ ਕਿ ਆਪਣੇ ਵੋਟ ਦਾ ਅਧਿਕਾਰ ਦਾ ਜਿਹੜਾ ਉਹ ਇਸਤੇਮਾਲ ਜਿਹੜਾ ਆ ਉਹ ਵੱਧ ਤੋਂ ਵੱਧ
ਸੁਚੱਜੇ ਢੰਗ ਨਾਲ ਕਰਨ, ਆਪਣੇ ਅੱਛੇ ਨੁਮਾਇੰਦੇ ਨੂੰ ਚੁਣਨ ਲਈ ਜਿਹੜਾ ਉਹ ਵੋਟ ਜਿਹੜੀ ਆ ਉਹਦਾ ਇਸਤੇਮਾਲ ਕਰਕੇ ਵਿਧਾਨ ਸਭਾ ਦੇ ਜਿਹੜਾ ਹੈਗੇ ਵਿਧਾਨ ਸਭਾ ਦੇ ਵਿੱਚ ਆਪਣੇ ਦੁੱਖਾਂ ਮੁਸੀਬਤਾਂ ਆਪਣੇ ਪੰਜਾਬ ਦੀ ਖੁਸ਼ਹਾਲੀ ਲਈ ਜਿਹੜਾ ਕੋਈ ਕੰਮ ਹੋ ਸਕੇ। ਧੰਨਵਾਦ ਜੀ। ਮੈਂ ਨਵਜਿੰਦਰ ਸਿੰਘ ਬਾਈਆ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਸਾਰੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਿੰਗ ਕਰੋ ਤਾਂ ਕਿ ਆਪਣੇ ਵੋਟ ਦਾ ਹੱਕ ਵਧੀਆ ਤਰੀਕੇ ਨਾਲ ਇਸਤੇਮਾਲ ਹੋ ਸਕੇ ਤੇ ਆਪਾਂ ਪੰਜਾਬ ਦੇ ਕੋਈ ਵੀ ਜੋ ਮੁੱਖ ਮੰਤਰੀ ਬਣਾਉਣਾ ਆ ਉਹਦੇ ਵਿੱਚ ਆਪਣਾ ਸ਼ੇਅਰ ਪਾ ਸਕੀਏ। ਥੈਂਕ ਯੂ। ਮੈਂ ਸਤਿੰਦਰ ਸਿੰਘ, ਮੈਂ ਸਾਰੇ ਫਗਵਾੜੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਵੱਧ ਤੋਂ ਵੱਧ ਇਕੱਠੇ ਹੋ ਕੇ ਸਾਰੇ ਬੰਦੇ ਵੋਟਿੰਗ ਕਰੋ ਔਰ ਆਪਣੀ ਡੈਮੋਕ੍ਰੇਸੀ ਨੂੰ ਅੱਛੀ ਤਰੀਕੇ ਨਾਲ ਬਹਾਲ ਕਰੋ। ਮੈਂ ਪਰਮਜੀਤ ਖਲਵਾੜਾ, ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ 20 ਤਰੀਕ ਨੂੰ ਯਾਨੀ ਕਿ ਕੱਲ੍ਹ ਨੂੰ ਆਪਣਾ ਇੱਕ ਜਿਹੜਾ ਵੋਟ ਆ ਕੀਮਤੀ ਵੋਟ ਉਹ ਪੋਲ ਕਰਨਾ ਚਾਹੀਦਾ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਤੁਹਾਡੇ ਲੋਕਾਂ ਨੂੰ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ। ਇਸ ਕਰਕੇ ਆਪਾਂ ਨੇ ਜਿਹੜੇ ਵਧੀਆ ਨੁਮਾਇੰਦੇ ਦੇਖ ਕੇ ਚੁਣਨੇ ਆ। ਇਸ ਕਰਕੇ ਮੈਂ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਔਰ ਭੈਣਾਂ ਭਰਾਵਾਂ ਵੀਰਾਂ ਨੂੰ ਬਜ਼ੁਰਗਾਂ ਨੂੰ ਅਪੀਲ ਕਰਦਾ ਕਿ ਜਿਹੜਾ ਕੱਲ੍ਹ 20 ਤਰੀਕ ਨੂੰ ਆਪਣਾ ਇੱਕ ਵੋਟ ਜਿਹੜਾ ਆ ਉਹ ਚੋਣ ਨਿਸ਼ਾਨ ਦੇਖ ਕੇ ਆਪਣਾ ਜਿਹੜਾ ਇੱਕ ਕੀਮਤੀ ਵੋਟ ਪਾਉਣਾ ਚਾਹੀਦਾ। ਸਾਰੇ ਸਮੁੱਚੇ ਪੰਜਾਬ ਵਾਸੀਆਂ ਨੂੰ, ਫਗਵਾੜਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਆਪਣੀ ਇੱਕ ਵੋਟ ਜਿਹੜੀ ਆ ਬਹੁਤ ਵਡਮੁੱਲਾ ਜਿਹੜੀ ਵੋਟ ਹੈ ਤੁਹਾਡਾ ਉਹਦਾ ਬਹੁਤ ਵਡਮੁੱਲਾ ਯੋਗਦਾਨ ਆ। ਨਾਲ ਹੀ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਵੋਟ ਚਾਹੇ ਇੱਕ ਭਿਖਾਰੀ ਦੀ ਆ, ਚਾਹੇ ਦੇਸ਼ ਦੇ ਮਹਾਰਾਜੇ ਦੀ ਆ, ਰਾਜੇ ਦੀ ਆ, ਉਹ ਜਿਹੜੀ ਵੋਟ ਆ ਉਹ ਬਰਾਬਰ ਦਾ ਅਧਿਕਾਰ ਆ, ਕਿਉਂਕਿ ਵੋਟ ਦਾ ਮੁੱਲ ਜਿਹੜਾ ਕੋਈ ਕੀਮਤ ਨਹੀਂ ਉਹਦੀ, ਕਿਉਂਕਿ ਵੋਟ ਜਿਹੜੀ ਆ ਉਹ ਬਹੁਤ ਵੱਡਾ ਤੁਹਾਨੂੰ ਜਿਹੜਾ ਹਥਿਆਰ ਲੈ ਕੇ ਦਿੱਤਾ। ਉਹ 20 ਤਰੀਕ ਨੂੰ ਆਪਣਾ ਪਰਦੇ ਦੇ ਪਿੱਛੇ ਜਾ ਕੇ ਆਪਣਾ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣਾ ਸਹੀ ਨੁਮਾਇੰਦਾ ਚੁਣੋ ਤਾਂ ਕਿ ਦੇਸ਼ ਦਾ ਜਿਹੜਾ ਆ ਦੇਸ਼ ਤਰੱਕੀ ਕਰ ਸਕੇ। ਵਧੀਆ ਨੁਮਾਇੰਦੇ ਹੋਣ ਤਾਂ ਵਧੀਆ ਦੇਸ਼ ਬਣਦਾ ਔਰ ਵਧੀਆ ਜਿਹੜਾ ਵਿਕਾਸ ਹੁੰਦਾ। ਇੰਨੀਆਂ ਹੀ ਬੇਨਤੀਆਂ ਕਰਦਾ, ਮੈਂ ਅਪੀਲ ਕਰਦਾ ਫਿਰ ਅਖੀਰ ਤੇ ਕਿ 20 ਤਰੀਕ ਨੂੰ ਆਪਣਾ ਇੱਕ ਕੀਮਤੀ ਵੋਟ ਪਾ ਕੇ ਪੰਜਾਬ ਦੇ ਵਿੱਚ ਔਰ ਵਧੀਆ ਸਰਕਾਰ ਲੈ ਕੇ ਆਓ ਤਾਂ ਕਿ ਦੇਸ਼ ਦਾ ਜਿਹੜਾ ਔਰ ਸਾਡੇ ਫਗਵਾੜੇ ਦਾ ਖਾਸ ਕਰਕੇ ਪੰਜਾਬ ਦਾ ਜਿਹੜਾ ਵਿਕਾਸ ਹੋ ਸਕੇ। ਇੰਨੀਆਂ ਹੀ ਅਪੀਲਾਂ ਕਰਦਾ ਹੋਇਆ ਰਹਿਣਾ। ਜੈ ਭੀਮ, ਜੈ ਭਾਰਤ। ਮੈਂ ਚਰਨਦਾਸ ਜੱਸਲ ਫਗਵਾੜੇ ਤੋਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ 20 ਤਰੀਕ ਨੂੰ ਹਰ ਸ਼ਹਿਰੀ ਆਪਣਾ ਜਿਹੜਾ ਵੋਟ ਦਾ ਅਧਿਕਾਰ ਆ ਉਹਨੂੰ ਇਸਤੇਮਾਲ ਕਰੇ ਤਾਂ ਕਿ ਅਸੀਂ ਵਧੀਆ ਸਰਕਾਰਾਂ ਚੁਣ ਸਕੀਏ ਤੇ ਚੰਗੇ ਨੁਮਾਇੰਦੇ ਚੁਣ ਸਕੀਏ ਤਾਂ ਜਿਹੜੇ ਲੋਕਾਂ ਦਾ ਜਿਹੜਾ ਵਿਕਾਸ ਆ ਉਹ ਵਧੀਆ ਢੰਗ ਨਾਲ ਕਰ ਸਕੇ। ਸਾਰੇ ਵੋਟਰਾਂ ਨੂੰ ਅਪੀਲ ਆ ਕਿ ਵਧੀਆ ਕੈਂਡੀਡੇਟ ਚੁਣ ਕੇ ਉਹ ਵੋਟ ਦਾ ਜਿਹੜਾ ਉਹ ਇਸਤੇਮਾਲ ਕਰੇ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸਾਨੂੰ ਜਿਹੜਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ। ਇਸ ਲਈ ਸਾਨੂੰ ਵੋਟ ਦਾ ਜਿਹੜਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਇੱਕ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਆ, ਕੋਈ ਵੀ ਵੋਟ ਤੋਂ ਵਾਂਝਾ ਨਾ ਰਵੇ, ਕਿਉਂਕਿ ਇਹ ਜਿਹੜਾ ਅਧਿਕਾਰ ਹੈ ਹਰ ਵੋਟਰ ਨੂੰ, ਹਰ ਸ਼ਹਿਰੀ ਨੂੰ, ਹਰ ਦੇਸ਼ ਵਾਸੀ ਨੂੰ ਅਧਿਕਾਰ ਆ। ਇਸ ਕਰਕੇ ਵੋਟ ਜਿਹੜੀ ਆ ਬਹੁਤ ਹਰ ਘਰ ਦੇ ਵਿੱਚੋਂ ਮਤਲਬ ਅਪੀਲ ਕਰਕੇ ਲੋਕਾਂ ਤੋਂ ਵੋਟ ਪਾਈ ਜਾਵੇ। ਇਹ ਵੀ ਅਪੀਲ ਆ ਕਿ ਆਪਣੀ ਵੋਟ ਵੀ ਪਾਓ ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕਰਕੇ ਵੋਟ ਪਾਉਣ ਦੀ ਅਪੀਲ ਕਰੋ ਤਾਂ ਕਿ ਦੇਸ਼ ਵਿੱਚ ਜਿਹੜਾ ਵਧੀਆ ਨੁਮਾਇੰਦੇ ਚੁਣ ਹੋਣ ਤਾਂ ਦੇਸ਼ ਖੁਸ਼ਹਾਲੀ ਵੱਲ ਵਧੇ। ਧੰਨਵਾਦ। ਜੈ ਭੀਮ, ਜੈ ਭਾਰਤ। ਮੈਂ ਤੁਹਾਡਾ ਆਪਣਾ ਰੋਬਿਨ ਸਾਂਪਲਾ ਤੁਹਾਨੂੰ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰ ਰਿਹਾ ਕਿ 20 ਤਰੀਕ ਕੱਲ੍ਹ ਸਾਰਿਆਂ ਨੇ ਜੋ ਤੁਹਾਡੇ ਕੋਲ ਬਹੁਤ ਹੀ ਵੱਡਾ ਅਧਿਕਾਰ ਹੈ ਕਿ ਤੁਸੀਂ ਆਪਣੇ ਇਲਾਕੇ ਦਾ ਨੁਮਾਇੰਦਾ ਚੁਣ ਸਕਦੇ ਹੋ, ਕਿਉਂਕਿ ਵੋਟ ਪਾਉਣ ਦਾ ਜੋ ਅਧਿਕਾਰ ਹੈ, ਜੋ ਵੋਟ ਦੀ ਪਾਵਰ ਹੈ, ਉਹ ਤੁਸੀਂ ਆਪਣੀ ਇੱਕ ਵੋਟ ਨਾਲ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਦੇ ਹੋ, ਤੁਸੀਂ ਆਪਣੀ ਇੱਕ ਵੋਟ ਨਾਲ ਆਪਣੇ ਇਲਾਕੇ ਦਾ MLA ਚੁਣਦੇ ਹੋ, ਤੁਸੀਂ ਆਪਣੀ ਇੱਕ ਵੋਟ ਨਾਲ ਆਪਣੇ ਇਲਾਕੇ ਦਾ ਪਾਰਸ਼ਦ ਚੁਣਦੇ ਹੋ। ਤੁਹਾਨੂੰ ਵੋਟ ਦੀ ਜੋ ਪਾਵਰ ਹੈ, ਡਾਕਟਰ ਭੀਮ ਰਾਓ ਅੰਬੇਦਕਰ ਬਾਬਾ ਸਾਹਿਬ ਨੇ ਜੋ ਆਪਣਾ ਪੂਰਾ ਕਾਰਜਕਾਲ, ਆਪਣਾ ਪੂਰਾ ਜੀਵਨ ਜੋ ਸੰਘਰਸ਼ ਬਿਤਾ ਕੇ ਤੁਹਾਨੂੰ ਜੋ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਔਰ ਉਸ ਦੀ ਪੂਰੇ ਤਰੀਕੇ ਨਾਲ ਤੁਸੀਂ ਉਸ ਵੋਟ ਦਾ ਇਸਤੇਮਾਲ ਕਰਕੇ ਆਪਣਾ ਸਹੀ ਤਰੀਕੇ ਦਾ ਜੋ ਤੁਹਾਨੂੰ ਮਨ ਭਾਉਂਦਾ ਤੁਹਾਡਾ ਕੈਂਡੀਡੇਟ ਹੈ, ਜੋ ਤੁਹਾਡੇ ਇਲਾਕੇ ਦਾ ਵਿਕਾਸ ਕਰ ਸਕੇ,
ਤੁਸੀਂ ਉਹਨੂੰ ਵੋਟ ਪਾ ਕੇ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ। ਔਰ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਕਈ ਵਾਰ ਅਸੀਂ ਇੱਦਾਂ ਸੋਚਦੇ ਹਾਂ ਕਿ ਸਾਡੇ ਘਰ 'ਚ 5 ਜੀ ਆ, ਸਾਡਾ ਇੱਕ ਬਜ਼ੁਰਗ ਹੈ, ਤੇ ਅਸੀਂ ਸੋਚਦੇ ਕਿ ਅਸੀਂ 4 ਵੋਟਾਂ ਤਾਂ ਪਾ ਹੀ ਆਏ ਹਾਂ, ਪਰ ਵੋਟ ਦੀ ਜਿਹੜੀ ਸ਼ਕਤੀ ਜੋ ਤਾਕਤ ਹੈ ਉਹ ਤੁਹਾਡੀ ਦੇਸ਼ ਦੀ ਤਾਕਤ ਹੈ, ਤੁਹਾਡੇ ਹਲਕੇ ਦੀ ਤਾਕਤ ਹੈ, ਤੁਹਾਡੇ ਵਿਕਾਸ ਦੀ ਤਾਕਤ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਦੀ ਤਾਕਤ ਹੈ, ਤੁਹਾਡੇ ਆਪਣੇ ਭਵਿੱਖ ਦੀ ਤਾਕਤ ਹੈ। ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵੀ ਐਸੀ ਕੋਈ ਵੀ ਵੋਟ ਤੁਹਾਡੇ ਘਰ ਨਾ ਰਹਿ ਜਾਏ ਜਿਹੜੀ ਵੋਟ ਕੱਲ ਪੋਲ ਨਾ ਹੋ ਸਕੇ। ਸਵੇਰੇ 8 ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਟਾਈਮ ਹੈ, ਸਮਾਂ ਹੈ। ਤੁਹਾਨੂੰ ਬੇਨਤੀ ਕਰਦੇ ਹਾਂ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ, ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ, ਕਿ ਪੂਰੇ ਪੰਜਾਬ ਨੂੰ ਤਕੀਦ ਕਰਦੇ ਹਾਂ, ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕੱਲ੍ਹ ਜ਼ਰੂਰ ਕਰਨਾ ਔਰ ਆਪਣੀ ਵੋਟ ਜ਼ਰੂਰ ਪਾਉਣੀ ਆ। ਕਿਤੇ ਆਪਾਂ ਇਸ ਵੋਟ ਤੋਂ ਵਾਂਝੇ ਨਾ ਰਹਿ ਜਾਈਏ, ਕਿਉਂਕਿ ਜਦੋਂ ਅਸੀਂ ਵੋਟ ਤੋਂ ਵਾਂਝੇ ਰਹਿੰਦੇ ਹਾਂ ਫਿਰ ਅਸੀਂ ਸਰਕਾਰਾਂ ਬਾਰੇ ਗੱਲਾਂ ਕਰਦੇ ਹਾਂ, ਆਪਣੇ ਨੁਮਾਇੰਦਿਆਂ ਬਾਰੇ ਗੱਲਾਂ ਕਰਦੇ ਹਾਂ। ਇੱਕ ਤੁਹਾਡੇ ਕੋਲ ਐਸਾ ਇੱਕ ਹੱਕ ਹੈ ਕਿ ਤੁਸੀਂ ਵੋਟ ਪਾ ਕੇ ਆਪਣਾ ਅੱਛਾ ਨੁਮਾਇੰਦਾ ਚੁਣ ਸਕਦੇ ਹੋ, ਤਾਂ ਕਿ ਜੋ 5 ਸਾਲ ਲਈ ਤੁਹਾਡੇ ਵਿਕਾਸ, ਤੁਹਾਡੇ ਘਰ ਦਾ ਵਿਕਾਸ, ਤੁਹਾਡੇ ਬੱਚਿਆਂ ਦਾ ਵਿਕਾਸ, ਤੁਹਾਡਾ ਆਪਣਾ ਵਿਕਾਸ, ਤੁਹਾਡੇ ਸ਼ਹਿਰ ਦਾ ਵਿਕਾਸ ਹੋ ਸਕੇ। ਔਰ ਤੁਹਾਡੇ ਸ਼ਹਿਰ ਦਾ ਵਿਕਾਸ ਹੋਏਗਾ ਤਾਂ ਤੁਹਾਡੇ ਦੇਸ਼ ਦਾ ਵਿਕਾਸ ਹੋਏਗਾ, ਔਰ ਤੁਹਾਡੇ ਦੇਸ਼ ਦਾ ਵਿਕਾਸ ਹੋਏਗਾ ਤੇ ਪੂਰੇ ਵਿਸ਼ਵ 'ਚ ਤੁਹਾਡੇ ਭਾਰਤ ਦੇ ਨਾਲ ਡੰਕਾ ਵੱਜੇਗਾ। ਜੈ ਭੀਮ, ਜੈ ਭਾਰਤ। हाँ जी, मेरा नाम नैन्सी सांपला। मैं अपने सारे फगवाड़ा वासियों से निवेदन करती हूँ कि 20 फरवरी को अपने कीमती वोट का मतदाता हो, इसलिए मतदान का सही और समझदारी से उसका प्रयोग करें। सब लोग ज़रूर अपने इस हक़ को समझें और सभी पोलिंग बूथ पे जाएं। आप अपने हक़ को यूज़ करें ताकि अगर आपको अपने शहर वासियों को अपने आसपास एक अच्छा नेता चाहिए तो आपको वोट करनी चाहिए, क्योंकि ये एक मौका होता है हमारे लिए, अपने शहर के लिए, अपनी डेवलपमेंट के लिए। उसके लिए आपको क्या करना होगा, आपको उसके लिए वोट डालनी होगी। इसलिए ज़रूर सभी से निवेदन है, घर से निकलिए, कोई भी काम हो इस कल की डेट के लिए आपका इससे बड़ा कोई ज़रूरी काम नहीं होगा। क्योंकि वोट क्यों होती है, ये इलेक्शंस क्यों किए जाते हैं? हम लोगों के लिए, ताकि हमारी आसपास की डेवलपमेंट, हमारी जो समस्या कोई सुन सके। उसके लिए हमें भी एक कोशिश करनी चाहिए। उस कोशिश के लिए आप लोगों को अपनी जिम्मेवारी समझते हुए हर एक नागरिक को 18 वर्ष और उससे ऊपर वालों को अपनी जिम्मेदारी समझते हुए, अपने शहर के लिए अपनी जिम्मेदारी समझते हुए आपको वोट करनी चाहिए, क्योंकि आपकी वोट से ही, आपकी समझ से ही एक नेता आएगा जो आपकी समस्या को सुनेगा और आप हर एक चीज़ जो एक नागरिक को अपने शहर में चाहिए होती है वो पूरी होगी। अगर आप घर बैठे रहोगे, अपने वोट को नहीं यूज़ करोगे, मतदाता नहीं बनोगे, तो क्या होगा? आपका शहर वैसे का वैसा ही रहेगा, वैसे का वैसा ही रहेगा। तो फिर आप क्या करोगे? किसको बोलोगे कि हमारे शहर की सुने, उसमें विकास आए? कहाँ से आएगा? अपनी कोशिश करनी पड़ेगी, हिम्मत करनी पड़ेगी। हर एक इंसान, हर एक व्यक्ति 18 और 18 वर्ष से ऊपर वाले घर से निकले, अपने अधिकार को यूज़ करें, क्योंकि आप अपना अधिकार यूज़ करोगे उसके बाद ही एक नेता का अधिकार बनता है आपके शहर को अच्छा करना, विकास में लाना। पर एक हिम्मत आप भी तो दिखाइए। कल 20 फरवरी को ज़रूर सब अपने घरों से बस थोड़ा टाइम निकाल कर अपने कामों से, ज़रूरी कामों से जाइए, अधिकार यूज़ करिए। अगर आप चाहते हो मेरा शहर सारे पंजाब से बेस्ट लगे, अच्छा रहे और विकास पूर्ण हो। धन्यवाद। मैं नवजिंदर ਸਿੰਘ ਬਾਈਆ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਵੋਟ ਬਿਲਕੁਲ ਮਨ ਨਾਲ ਸੋਚ ਕੇ ਪਾਉਣੀ ਆ, ਨਿਰਪੱਖ ਹੋ ਕੇ ਪਾਉਣੀ ਆ। ਕਿਸੇ ਵੀ ਨਸ਼ੇ ਜਾਂ ਗੱਡੀ ਜਾਂ ਹੋਰ ਕਿਸੇ ਵੀ ਲਾਲਚ 'ਚ ਆ ਕੇ ਵੋਟ ਨਹੀਂ ਪਾਉਣੀ। ਜੋ ਵੀ ਤੁਸੀਂ ਤੁਹਾਡੇ ਮਨ 'ਚ ਜਿਹੜੀ ਵੀ ਚੀਜ਼ ਆ ਉਸ ਨੂੰ ਮੁੱਖ ਰੱਖ ਕੇ ਹੀ ਵੋਟ ਪਾਉਣੀ ਹੈ ਤੇ ਕਿਸੇ ਦੀ ਪਰਵਾਹ ਨਹੀਂ ਕਰਨੀ ਕੋਈ ਵੀ ਮੈਨੂੰ ਕੀ ਕਹਿੰਦਾ, ਕਿਸ ਤਰ੍ਹਾਂ ਦਾ ਕੀ ਕੋਈ ਗੱਲ ਕਰਦਾ ਆ। पर इस विधान सभा च जो तुसी वोट आ तुहाडी विधान सभा जानी आ, ना कि लोक सभा लई जां किसी MC लई जां होर किसी लई। ये विधान सभा दी वोटां आ जिन्हें कि पंजाब दा मुख्य मंत्री तय करना है। जय हिंद। मैं सरपंच पंडवा अवतार सिंह ढिल्लों सारिਆਂ ਨੂੰ ਫਗਵਾੜਾ ਹਲਕੇ ਤੋਂ ਬੇਨਤੀ ਕਰਦਾ ਔਰ ਸਾਰੇ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆਪਣਾ ਜਿਹੜਾ ਵੋਟ ਇਸਤੇਮਾਲ ਕਰੋ ਔਰ ਆਪਣੇ ਵਧੀਆ ਨੁਮਾਇੰਦੇ ਦੇ ਚੁਣ ਕੇ ਭੇਜੋ ਔਰ ਤੁਹਾਡਾ ਜਿਹੜਾ ਵਧੀਆ ਪੰਜਾਬ ਨੂੰ ਆਪਣੇ ਗਾਈਡ ਕਰ ਸਕਣ ਔਰ ਪੰਜਾਬ ਦਾ ਭਲਾ ਹੋਵੇ। ਸਾਰੇ ਵੋਟਰਾਂ ਨੂੰ ਅਪੀਲ ਆ
ਕਿ ਵੱਧ ਤੋਂ ਵੱਧ ਸਵੇਰੇ ਉੱਠ ਕੇ ਆਪਣੀ ਵੋਟ ਜ਼ਰੂਰ ਪੋਲ ਕਰੋ। ਜੈ ਹਿੰਦ। ਮੈਂ ਜਿੰਨੇ ਵੀ ਸਾਡੇ ਫਗਵਾੜਾ ਸ਼ਹਿਰ ਵਾਸੀ ਆ, ਪਿੰਡਾਂ ਦੇ ਵਾਸੀ ਆ, ਮੈਂ ਪੁਰਜੋਰ ਅਪੀਲ ਕਰਦਾ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਰਾਂ ਨੂੰ ਅਪੀਲ ਆ ਕਿ ਆਪਣੀ ਇੱਕ ਇੱਕ ਵੋਟ ਪਾਓ ਤੇ ਜਾ ਕੇ ਜਿਹੜੀ ਤੁਹਾਡੀ ਗੱਲ ਵਿਧਾਨ ਸਭਾ ਪਹੁੰਚਣੀ ਹੈ ਉਹ ਜ਼ਰੂਰ ਪਹੁੰਚਾਓ। ਇਸ ਕਰਕੇ ਮੇਰੀ ਇੱਕ ਵਾਰ ਫੇਰ ਪੁਰਜੋਰ ਬੇਨਤੀ ਆ ਕਿ 8 ਵਜੇ ਤੋਂ ਲੈ ਕੇ ਸ਼ਾਮ ਨੂੰ ਆਪਣੇ ਬੂਥਾਂ 'ਤੇ ਬੈਠ ਕੇ ਵੋਟਾਂ ਪਾਓ ਤੇ ਜਿਹੜੇ ਵੀ ਕੈਂਡੀਡੇਟ ਨੂੰ ਬਣਾਉਣਾ ਉਹਨੂੰ ਕਾਮਯਾਬ ਬਣਾਓ। ਮੈਂ ਅਵਿਨਾਸ਼ ਗੁਪਤਾ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਸਾਨੂੰ 5 ਸਾਲ ਬਾਅਦ ਪਾਉਣ ਦਾ ਮੌਕਾ ਮਿਲਦਾ ਹੈ ਤੇ ਅਸੀਂ ਸਾਰੇ ਜਿਹੜੇ ਵੱਧ ਤੋਂ ਵੱਧ ਵੋਟਿੰਗ ਕਰਕੇ ਆਪਣੇ MLA ਨੂੰ ਚੁਣੀਏ ਤਾਂ ਕਿ ਜਿਹੜਾ ਸਹੀ ਰਾਜਨੀਤੀ 'ਚ MLA ਆ ਉਹ ਅੱਗੇ ਆ ਸਕੇ। ਅਸੀਂ ਆਪਣੇ ਵੋਟ ਦਾ ਅਧਿਕਾਰ ਆਪ MLA ਚੁਣ ਕੇ ਸਹੀ ਜਗ੍ਹਾ 'ਤੇ ਵੋਟ ਪਾ ਕੇ ਸਹੀ MLA ਜਿਹੜਾ ਸਾਈਡ ਦਾ ਵਿਕਾਸ ਕਰ ਸਕੇ ਉਹਨੂੰ ਚੁਣੀਏ। ਧੰਨਵਾਦ ਜੀ। ਮੈਂ ਨਿਖਿਲ ਪਦਵਾ ਫਗਵਾੜੇ ਦਾ ਵਾਸੀ ਆ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਲੇ ਵਾਸੀਆਂ ਨੂੰ ਕਿ ਆਪਣਾ ਇਹ 5 ਸਾਲ ਬਾਅਦ ਜਿਹੜੀ ਇਲੈਕਸ਼ਨ ਹੁੰਦੇ ਆ ਇਹਨਾਂ ਨੂੰ ਜ਼ਰੂਰ ਇੱਥੇ ਆਪਣੀ ਵੋਟ ਆਪਣੀ ਪਾਓ ਆ ਕੇ, ਕਿਉਂਕਿ ਇਹ ਤੁਹਾਡਾ ਇੱਕ ਅਧਿਕਾਰ ਆ ਔਰ ਅਧਿਕਾਰ ਨੂੰ ਨਾ ਛੱਡੋ, ਵੋਟ ਪਾਓ ਤਾਂ ਕਿ ਤੁਹਾਡੇ ਹਿਸਾਬ ਨਾਲ ਇੱਕ ਸਹੀ MLA ਇੱਥੇ ਸਾਡੇ ਸ਼ਹਿਰ ਵਿੱਚ ਆਵੇ ਤੇ ਵਧੀਆ ਸਾਡੇ ਇੱਥੇ ਵਿਕਾਸ ਕਰਵਾ ਸਕੇ। ਵੱਧ ਤੋਂ ਵੱਧ ਆ ਕੇ ਤੁਸੀਂ ਵੋਟ ਪਾਓ ਤੇ ਆਪਣੇ ਆਂਢ ਗੁਆਂਢ ਜਿਹਨੂੰ ਵੀ ਆ ਆਪਣੇ ਇਲਾਕੇ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰੋ ਕਿ ਆਪਣੇ ਇਲੈਕਸ਼ਨ ਦੇ ਵਿੱਚ ਵੋਟ ਪਾਵਣ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਐਡਵੋਕੇਟ ਕਰਨਜੋਤ ਸਿੰਘ ਚੱਕਾ ਆਪ ਸਭ ਨੂੰ ਕੱਲ੍ਹ ਲਈ ਸੱਦਾ ਦਿੰਦਾ ਹਾਂ ਕਿ ਜੋ ਇੱਕ ਡੈਮੋਕ੍ਰੇਸੀ ਦਾ ਕੱਲ੍ਹ ਫੈਸਟੀਵਲ ਹੋਣ ਜਾ ਰਿਹਾ ਜਿਹਨੂੰ ਆਪਾਂ ਵਿਧਾਨ ਸਭਾ ਦੀਆਂ ਵੋਟਾਂ ਕਹਿੰਦੇ ਹਨ, ਆਓ ਸਾਰੇ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਤੇ ਆਪਣਾ ਵੋਟ ਦਾ ਅਧਿਕਾਰ ਵਰਤ ਕੇ ਇਸ ਸੰਵਿਧਾਨ ਨੂੰ ਜੋ ਸਾਨੂੰ ਅਧਿਕਾਰ ਮਿਲਿਆ ਹੈ ਉਹ 'ਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਸ਼ਹਿਰ ਦੀ ਨੁਹਾਰ ਨੂੰ ਵਧੀਆ ਕਰਨ 'ਚ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਮੈਂ ਨਿਸ਼ੀਪੁਰੀ ST ਮਾਡਲ ਸਕੂਲ ਤੋਂ ਇਸ ਵੇਲੇ ਬੋਲ ਰਹੀ ਹਾਂ। ਇਸ ਸਕੂਲ ਦੀ ਮੈਂ ਇੱਕ ਅਧਿਆਪਕ ਹਾਂ। ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਆਪਾਂ 20 ਤਰੀਕ ਨੂੰ ਸਭ ਨੇ ਵੋਟਾਂ ਦਾ ਦਿਨ ਹੈ, ਵੋਟਾਂ ਪਾਉਣੀਆਂ। ਵੋਟਾਂ ਪਾਉਣਾ ਸਾਡਾ ਅਧਿਕਾਰ ਹੈ। ਆਪਾਂ ਉਹ ਅਧਿਕਾਰ ਵਰਤ ਕੇ ਆਪਣਾ ਵਧੀਆ ਸਰਕਾਰ ਬਣਾਉਣ ਵਾਸਤੇ ਆਪਣੀ ਮਦਦ ਕਰੀਏ। ਆਪ ਵੀ ਵੋਟ ਪਾਉਣ ਆਉਣਾ ਸਭ ਨੇ, ਆਪਣੇ ਜਿਹੜੇ ਆਂਢ ਗੁਆਂਢ ਵਾਲੇ ਉਹਨਾਂ ਨੂੰ ਵੀ, ਆਪਣੇ ਪਰਿਵਾਰ ਮੈਂਬਰਾਂ ਨੂੰ ਵੀ ਵੋਟ ਪਾਉਣ ਵਾਸਤੇ ਲੈ ਕੇ ਆਉਣਾ। ਅਗਰ ਕਿਸੇ ਆਦਮੀ ਨੂੰ ਕੋਈ ਰੋਗੀ ਹੈ ਜਾਂ ਕੁਛ ਹੈ, ਉਹ ਆਪਣੇ BLO ਨੂੰ ਸੰਪਰਕ ਕਰਕੇ ਆਪਣੀ ਵੋਟ ਪਾਉਣ ਲਈ ਉਹਦੇ ਲਈ ਇੰਤਜ਼ਾਮ ਕਰਵਾ ਕੇ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਵਰਤੋਂ ਕਰਨ। ਥੈਂਕਸ।